इन्हां प्रतिक्रियावां दे विच शामिल है रॉयल भंगड़ा अकैडमी के मुखी हरदीप सहोता, जिन्हां ने सरकार के बंद के फैसले के उत्ते नाराजगी जताई ते कहा कि सरकार के कोल कोई बेहतर प्लान होना चाहिए है। सत श्री अकाल जी। जिवें ही सख्त पाबंदियां BC ਦੇ ਵਿੱਚ ਆ ਗਈਆਂ ਨੇ ਤਾਂ ਉਸ ਤੋਂ ਕਾਰੋਬਾਰੀਆਂ ਦੀ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ, ਜਿਸ ਤੋਂ ਕਈ ਕਾਰੋਬਾਰੀ ਨਾਰਾਜ਼ ਵੀ ਨਜ਼ਰ ਆ ਰਹੇ ਨੇ। ਕਈਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਕਈਆਂ ਦਾ ਕਹਿਣਾ ਹੈ ਕਿ ਇਸ ਮੌਕੇ ਦੇ ਉੱਤੇ ਜਿਹੜਾ ਘਾਟਾ ਪੈ ਰਿਹਾ ਉਸ ਦੀ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹਾਲਾਂਕਿ ਸਰਕਾਰ ਦੇ ਵੱਲੋਂ ਬਾਰ-ਬਾਰ ਇਹ ਐਲਾਨ ਕੀਤਾ ਜਾ ਰਿਹਾ ਹੈ, ਅੱਜ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਪਡੇਟ ਕੀਤਾ ਗਿਆ ਹੈ ਕਿ ਜਿਹੜੀ ਬਣਦੀ ਮਦਦ ਹੈ ਉਹ ਕੀਤੀ ਜਾਵੇਗੀ, ਪਰ ਇਸ ਮੌਕੇ ਸਾਰੇ ਸਾਥ ਜ਼ਰੂਰ ਦੇਣ। ਇੱਥੇ ਭੰਗੜਾ ਟੀਮਾਂ ਜਿਹੜੀਆਂ ਨੇ, ਜਿਨ੍ਹਾਂ ਦੀਆਂ ਆਪਣੀਆਂ ਅਕੈਡਮੀਆਂ ਚਲਾਈਆਂ ਜਾ ਰਹੀਆਂ ਨੇ, ਉਹ ਵੀ ਸਰਕਾਰ ਦੇ ਇਸ ਫਰਮਾਨ ਤੋਂ ਕਾਫੀ ਖਫਾ ਨਜ਼ਰ ਆ ਰਹੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਰਦੀਪ, ਤੁਹਾਡੀ ਬਕਾਇਦਾ ਆਪਣੇ ਤੌਰ ਦੇ ਉੱਤੇ ਇੱਕ ਭੰਗੜਾ ਅਕੈਡਮੀ ਚੱਲ ਰਹੀ ਹੈ। ਜਿਵੇਂ ਹੀ ਸਰਕਾਰ ਦੇ ਵੱਲੋਂ BC ਦੇ ਵਿੱਚ ਜਿਹੜਾ ਪਾਬੰਦੀਆਂ ਲਗਾ ਦਿੱਤੀਆਂ ਗਈਆਂ, ਤੇ ਉਸ ਦੇ ਉੱਤੇ ਤੁਹਾਡਾ ਕੀ ਕਹਿਣਾ? ਤੁਹਾਨੂੰ ਲੱਗਦਾ ਵੀ ਇਹ ਸਹੀ ਸਮਾਂ ਹੈਗਾ ਪਾਬੰਦੀਆਂ ਦਾ? ਫਸਟ ਆਫ ਆਲ ਜਿਹੜਾ ਇਹ ਸਾਲ ਦਾ ਟਾਈਮ ਹੈ ਨਾ, ਇਹ ਸਭ ਤੋਂ ਬੈਡ ਟਾਈਮ ਆ, ਕਿਉਂਕਿ ਲੋਕੀ ਲੋਨਲੀ ਫੀਲ ਕਰਦੇ ਨੇ। ਜੇ ਤੁਸੀਂ ਸੁਸਾਈਡ ਰੇਟ ਚੈੱਕ ਕਰੋਗੇ ਨਾ, ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਹੁੰਦੇ ਨੇ, ਅਤੇ ਲੋਕਾਂ ਦੀ ਜਿਹੜੀ ਮੈਂਟਲ ਹੈਲਥ ਆ ਉਹ ਜ਼ੀਰੋ ਹੋ ਜਾਂਦੀ ਆ। ਸੋ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਪਾਬੰਦੀ ਲਾਉਣ ਤੋਂ ਪਹਿਲਾਂ ਕਿ ਕੀ ਕਰਦੇ ਪਏ ਨੇ। ਸੋ ਲੈਟਸ ਸੇ ਜੇ ਵਾਇਰਸ ਆਉਂਦਾ ਆ ਜਾਂ ਕੇਸਿਸ ਵੱਧਦੇ ਨੇ, ਇਹਨਾਂ ਨੇ ਕੋਈ ਪਲਾਨ ਬਣਾਇਆ ਉਹ ਬਿਜ਼ਨਸ ਦੀ ਜਿਹੜੀ ਲਾਸਿਸ ਕਵਰ ਕਰਨ ਦਾ। ਇਹਨਾਂ ਨੇ ਕੋਈ ਲਾਸ ਨਹੀਂ ਕਵਰ ਕੀਤਾ, ਕੁਛ ਨਹੀਂ ਕੀਤਾ, ਆ ਕੇ ਸਟੇਟਮੈਂਟ ਦੇ ਦਿੱਤੀ। ਹੁਣ ਕਹਿੰਦੇ ਨੇ ਕਿ $300 ਪਰ ਵੀਕ ਆ। ਇੱਕ ਆਮ ਫੈਮਲੀ ਹਾਊਸ ਹੋਲਡ ਦਾ ਜਿਹੜਾ ਰੈਂਟ ਆ ਨਾ, ਉਹ 1700-1800 ਆ, ਅਤੇ ਰੋਟੀ ਕਿੱਥੋਂ ਖਾਣਗੇ ਵਿਚਾਰੇ ਉਹ। ਸੋ ਦੇ ਨੀਡ ਟੂ ਕਮ ਅਪ ਵਿਦ ਅ ਬੈਟਰ ਪਲਾਨ ਬਿਫੋਰ ਐਕਚੁਅਲੀ ਸ਼ਟਿੰਗ ਇਟ ਡਾਊਨ। ਦੇ ਹੈਵ ਨੋ ਪਲਾਨ। ਜਿਹੜੇ ਕੋਆਪਰੇਟਸ ਨੇ ਉਹ ਸਾਰੇ ਖੁੱਲ੍ਹਣਗੇ, ਟੂਰਿਜ਼ਮ ਖੁੱਲ੍ਹਾ ਆ, ਮੌਲਾਂ ਖੁੱਲ੍ਹੀਆਂ ਨੇ, ਸਕੂਲ ਖੁੱਲ੍ਹੇ ਨੇ। ਸੋ ਇਹਨਾਂ ਨੇ ਤਾਂ ਜਿਹੜਾ ਹੈਗਾ ਨਾ ਆਪਣਾ ਕੋਈ ਏਜ ਵੀ ਨਹੀਂ ਜਸਟੀਫਾਈ ਕੀਤੀ। ਸੋ ਦੇ ਸੈਡ ਕਿ ਜਿਮ ਬੰਦ, ਡਾਂਸ ਸਟੂਡੀਓਜ਼ ਬੰਦ, ਆਹ ਸਾਰਾ ਕੁਛ ਬੰਦ। ਬਟ ਡਿਡ ਦੇ ਐਕਚੁਅਲੀ ਜਸਟੀਫਾਈ ਦ ਏਜ ਕਿ ਕਿਹੜੀ ਏਜ ਤੱਕ ਨੇ? ਜੇ ਬੰਦ ਕਰਨਾ ਚਾਹੁੰਦੇ ਨੇ ਜਾਂ ਕੁਛ ਵੀ ਕਰਨਾ ਚਾਹੁੰਦੇ ਨੇ, ਸਭ ਤੋਂ ਪਹਿਲਾਂ ਆਉਂਦੇ ਨੇ ਸਕੂਲਸ, ਮਾਲਸ, ਜਿੱਥੇ ਕਿ ਸਭ ਤੋਂ ਵੱਧ ਆਬਾਦੀ ਜਾਂਦੀ ਆ। ਜਿਹੜੇ ਡਾਂਸ ਸਟੂਡੀਓਜ਼ ਨੇ ਜਾਂ ਜਿਮ ਨੇ, ਉਹਨਾਂ ਕੋਲ ਤਾਂ ਹਰੇਕ ਬੰਦਾ ਟਰੈਕ ਰੈਕਰਡ ਆ। ਦੇ ਨੋ ਹੂ ਦੇ ਸਰਵਿੰਗ, ਬਟ ਮਾਲਸ ਡੋਂਟ ਨੋ ਕਿ ਉਹ ਕਿਹਨੂੰ ਸਰਵ ਕਰਦੇ ਨੇ। ਹੁਣ ਸਾਈਪਰਸ ਮਾਊਂਟਨ ਆ, ਗ੍ਰਾਸ ਮਾਊਂਟਨ ਆ, ਵਿਸਲਰ ਆ, ਕਿੰਨੀਆਂ ਟੂਰਿਸਟ ਪਲੇਸਾਂ ਨੇ ਜਿੱਥੇ ਕਿ ਇੰਨੇ ਲੋਕ ਇਕੱਠੇ ਹੋਣਗੇ। ਉੱਥੇ ਕਹਿ ਦਿੰਦੇ ਨੇ ਜੀ ਆਊਟਡੋਰ ਆ। ਇਟਸ ਹਾਰਡ ਟੂ ਜਸਟੀਫਾਈ। ਸਕੂਲਾਂ 'ਚੋਂ ਕਿੰਨੇ ਕੇਸ ਆਏ ਨੇ, ਇਹਨਾਂ ਨੇ ਹਾਲੇ ਤੱਕ ਨਹੀਂ ਦੱਸੇ, ਜਦੋਂ ਜਿਹੜੇ ਬੱਚੇ ਵੈਕਸੀਨੇਟ ਨਹੀਂ ਸੀ ਨਾ। ਹੁਣ ਪਹਿਲਾਂ ਸਾਨੂੰ ਵੈਕਸੀਨੇਟ ਕਰ ਦਿੱਤਾ ਗਿਆ। ਇੱਕ ਪਾਸੇ ਕਹਿੰਦੇ ਨੇ ਕਿ ਜੀ ਤੁਸੀਂ ਟੀਕਾ ਲਵਾਓ, ਦੂਜੇ ਪਾਸੇ ਉਹੀ ਗਵਰਨਮੈਂਟ ਕਹਿੰਦੀ ਹੈ ਕਿ ਜੀ ਅਸੀਂ ਫੋਰਸ ਨਹੀਂ ਕਰਦੇ। ਸੋ ਵਾਈ ਆਰ ਦੇ ਪਲੇਇੰਗ ਟੂ ਗੇਮਸ? ਦੇ ਹੈਵ ਟੂ ਬੀ ਸਟ੍ਰਿਕਟਲੀ ਫੋਲੋ ਵਨ ਰੂਲ। ਜੇ ਟੀਕਾ ਨਹੀਂ ਲਵਾਇਆ ਤਾਂ ਮਤਲਬ ਨਹੀਂ ਲਵਾਇਆ। ਸੋ ਵਟ ਦੇ ਡਿਡ ਰਾਈਟ ਨਾਓ, ਇਟਸ ਰੀਅਲੀ ਬੈਡ। ਇਟਸ ਕੈਨ ਇੰਪੈਕਟ ਸੋ ਮੈਨੀ ਲਾਈਫਸ। ਅਤੇ ਇਹਨਾਂ ਨੂੰ ਜਿਹੜਾ ਹੈਗਾ ਆ, ਆਉਂਦੇ ਦਿਨਾਂ ਦੇ ਵਿੱਚ ਜਵਾਬ ਦੇਣਾ ਪੈਣਾ ਆ ਸਾਡੇ ਕੁਐਸਚਨਾਂ ਦਾ, ਕਿ ਇਹ ਬਾਰ-ਬਾਰ 3 ਜਾਂ 4 ਮਹੀਨਿਆਂ ਬਾਅਦ ਬੰਦ ਕਿਉਂ ਕਰਦੇ ਨੇ। ਇਫ ਦੇ ਵਾਂਟ ਟੂ ਮੇਕ ਅ ਚੇਂਜ, ਦੇ ਨੀਡ ਟੂ ਕਮ ਅਪ ਵਿਦ ਅ ਬੈਟਰ ਪਲਾਨ ਕਿ ਐਟਲੀਸਟ ਲੋਕੀ ਸਰਵਾਈਵਲ ਮੋਡ ਦੇ ਉੱਤੇ ਦੁਬਾਰਾ ਜਾ ਵੜਨ। ਬਹੁਤ ਬਿਜ਼ਨਸ ਸੀਗੇ ਜਿਨ੍ਹਾਂ ਨੇ ਹੌਲੀ ਕਰਕੇ ਅੱਗੇ ਆਏ, ਅਤੇ ਹੁਣ ਉਹ ਵਿਚਾਰਿਆਂ ਨੇ ਫਿਰ ਪਿੱਛੇ ਮੁੜ ਜਾਣਾ। ਆਈ ਬੀਨ ਗੈਟਿੰਗ ਫੋਨ ਕਾਲਸ ਕਿ ਭਾਜੀ ਕੀ ਕਰੀਏ, ਭਾਜੀ ਕੀ ਕਰੀਏ, ਰਾਈਟ, ਐਂਡ ਆਈ ਡੋਂਟ ਹੈਵ ਐਨੀ ਆਂਸਰ। ਸੋ ਗਵਰਨਮੈਂਟ ਨੀਡ ਟੂ ਐਕਚੁਅਲੀ ਟੇਕ ਸਟੈਪ ਫੋਰਵਰਡ ਕਿ ਕਹਿਣ ਹਾਂ ਸਾਡਾ ਆਹ ਪਲਾਨ ਹੈ ਤੁਹਾਡੇ ਲਾਸ ਕਵਰ ਕਰਨ ਦਾ, ਆਹ ਸਾਡਾ ਜਿਹੜਾ ਹੈਗਾ ਫਾਈਨੈਂਸ਼ੀਅਲ ਸਟਰਕਚਰ ਹੈ ਜਿਹੜਾ ਕਿ ਤੁਹਾਨੂੰ ਹੈਲਪ ਕਰੂਗਾ। ਦੇ ਡੋਂਟ ਹੈਵ ਦੈਟ। ਪਰ ਸਰਕਾਰ ਦੇ ਵੱਲੋਂ ਫਾਈਨੈਂਸ਼ੀਅਲ ਸਟਰਕਚਰ ਦੀ ਤਾਂ ਗੱਲ ਕਹੀ ਜਾ ਰਹੀ ਹੈ ਵੀ ਉਹ ਜਿੰਨੀ ਬਣਦੀ ਮਦਦ ਆ ਉਹ ਸਾਰੇ ਕਰਨਗੇ, ਔਰ ਖਾਸ ਕਰਕੇ ਜਿਹੜੇ ਕਾਰੋਬਾਰੀ ਅਦਾਰੇ ਨੇ ਉਹਨਾਂ ਦੀ ਮਦਦ ਕਰਨ ਦੀ ਵੀ ਗੱਲ ਕਹੀ ਹੈ। ਉਹਨਾਂ ਕਿਹਾ ਕਿ 18 ਤਰੀਕ ਤੱਕ ਜੇ ਬੰਦ ਹੈ ਤਾਂ ਲੋਕ ਸਹਿਯੋਗ ਦੇਣਗੇ, ਤਾਂ ਆਈ ਥਿੰਕ ਥੋੜ੍ਹਾ ਜਿਹਾ ਜਿਵੇਂ ਕੇਸਿਸ ਹੈ ਉਹ ਘੱਟ ਸਕਦੇ ਨੇ, ਤਾਂ ਉਸ ਤੋਂ ਬਾਅਦ ਪਲਾਨ ਚੇਂਜ ਵੀ ਹੋ ਸਕਦਾ ਹੈ। ਸਹਿਯੋਗ ਜਿਹੜੇ ਲੋਕਲ ਲੋਕੀ ਦੇਣ, ਟਰੈਵਲ ਬੰਦ ਕਰ ਦੇਣ। ਕੇਸਿਸ ਕਿੱਥੋਂ ਆਉਂਦੇ ਨੇ? ਕਿਸੇ ਹਾਊਸ ਹੋਲਡ ਤੋਂ ਆਉਂਦੇ ਨੇ? ਨੋ, ਕੇਸਿਸ ਤਾਂ ਸਾਰੇ ਬਾਹਰੋਂ ਆ ਰਹੇ ਨੇ। ਸੋ ਅੱਜ ਤੱਕ ਜਿੰਨਾ ਵੀ ਟਰਾਂਸਮਿਸ਼ਨ ਰੇਟ ਵਧਿਆ ਜਾਂ ਕੇਸਿਸ ਆਏ ਨੇ, ਉਹ ਟਰੈਵਲ ਤੋਂ ਆਏ ਨੇ, ਬਾਹਰੋਂ ਆਏ ਨੇ। ਉਹ ਕਿਸੇ ਦੇ ਘਰ 'ਚ ਬੈਠੇ ਨਹੀਂ ਬਣੇ। ਹੁਣ ਸਰਕਾਰ ਕਹਿੰਦੀ ਕਿ ਅਸੀਂ ਫਾਈਨੈਂਸ਼ੀਅਲ ਹੈਲਪ ਕਰਾਂਗੇ। ਮੇਰੇ ਆਪਣੇ ਬਿਜ਼ਨਸ ਦੀ ਕੋਸਟ 35,000 ਇੱਕ ਮਹੀਨੇ ਦੀ, ਅਤੇ 1 ਸਾਲ ਦੀ ਕੋਸਟ ਮੇਰੀ ਕਿੰਨੀ ਬਣਦੀ ਆ? ਕੀ ਉਹ ਕਵਰ ਕਰ ਪਾਉਣਗੇ? ਕਦੀ ਵੀ ਨਹੀਂ ਕਰ ਪਾਉਣਗੇ। ਹੁਣ ਇੱਕ ਬੰਦਾ ਆ ਜਿਹਦੇ ਕੋਲ ਲੈਟਸ ਸੇ ਉਹਦਾ 10,000 ਦਾ ਬਿਜ਼ਨਸ ਹੈ, 7,000 ਉਹਦਾ ਰੈਂਟ ਆ, 3,000 ਉਹ ਪੇ ਲੈ ਕੇ ਜਾਂਦਾ ਘਰੇ। ਕੀ ਕਵਰ ਕਰ ਪਾਉਣਗੇ? ਨਹੀਂ ਕਰ ਪਾਉਣਗੇ। ਸੋ ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਇਹਨਾਂ ਨੇ ਜਦੋਂ ਵੀ ਆਉਣਾ ਨਾ, ਆਪਣੀ ਸਟੇਟਮੈਂਟ ਦੇ ਕੇ ਚਲੇ ਜਾਣਾ, ਪਰ ਦੇ ਨੀਡ ਟੂ ਹੈਵ ਅ ਪੋਲਿਸੀ ਕਿ ਓਕੇ ਠੀਕ ਆ, ਆਹ ਚੀਜ਼ਾਂ ਅਸੀਂ ਕਰਨ ਲੱਗੇ ਹਾਂ, ਆਹ ਸਾਡਾ ਫਾਈਨੈਂਸ਼ੀਅਲ ਸਟਰਕਚਰ ਆ, ਅਸੀਂ ਇੱਦਾਂ ਇਹਨੂੰ ਫੋਲੋ ਕਰਨਾ ਆ। ਹੁਣ ਸਰਬ ਲਾਈ ਸੀ ਇਹਨਾਂ ਨੇ $2,000 ਲੋਕਾਂ ਨੂੰ, ਹੈ ਨਾ। ਵੀ ਡਿਡਨਟ ਗੈਟ ਇਟ, ਸਾਨੂੰ ਲੋੜ ਨਹੀਂ ਸੀ, ਵੀ ਵਰ ਫਾਈਨ। ਬਟ ਕਈ ਉਹ ਵੀ ਲੈ ਕੇ ਜਿਹਨਾਂ ਨੂੰ ਲੋੜ ਵੀ ਨਹੀਂ ਸੀ, ਰਾਈਟ। ਹੁਣ ਉਹ ਕਹਿੰਦੇ ਨੇ ਕਿ ਨਹੀਂ ਜੀ ਇੱਦਾਂ ਨਹੀਂ, ਇੱਦਾਂ ਕਰ ਲਓ। ਇਟ ਡਜ਼ਨਟ ਵਰਕ ਦਿਸ ਵੇ।
ਸੋ ਦੇ ਨੀਡ ਟੂ ਹੈਵ ਅ ਪ੍ਰੋਪਰ ਪਲਾਨ ਫॉर द ਸਮਾਲ ਬਿਜ਼ਨੈਸਿਸ। ਕਾਰਪੋਰੇਟ ਸਾਰੇ ਖੁੱਲੇ ਰਹਿਣਗੇ, ਸਮਾਲ ਬਿਜ਼ਨਸ ਬੰਦ ਹੋਣਗੇ। ਵੇਸਟ ਸਬਸਿਡੀ ਲੱਗੀ, ਤੁਸੀਂ ਦੇਖੋ ਫਾਇਦਾ ਕਿਹਨਾਂ ਨੂੰ ਹੋਇਆ। ਜੇ ਤੁਸੀਂ ਡਾਟਾ ਕੱਢੋਗੇ ਨਾ, ਜਿਹੜੇ ਵੱਡੇ ਕਾਰਪੋਰੇਟ ਨੇ ਸਿਰਫ ਉਹਨਾਂ ਨੂੰ ਫਾਇਦਾ ਹੋਇਆ। ਹੁਣ ਇੱਕ ਸਮਾਲ ਬਿਜ਼ਨਸ ਹੈ ਜਿਹਦੇ EMPLOYE 4 ਜਾਂ 5 ਨੇ, ਕਿੰਨੇ ਕੁ ਪੈਸੇ ਲੈ ਜਾਊਗਾ? ਤੇ ਇੱਕ ਜਿਹੜਾ ਕਾਰਪੋਰੇਟ ਬਿਜ਼ਨਸ ਆ ਜਿਹਦਾ 2000 EMPLOYE ਆ, ਉਹ ਕਿੰਨੇ ਲੈ ਜਾਊਗਾ? ਸੋ ਐਂਡ ਆਫ ਦ ਡੇ it looks like it's an indirect support toward the corporates, not toward the small business. ਜਿਵੇਂ ਹੀ ਸਰਕਾਰ ਦੇ ਵੱਲੋਂ ਇਹ ਫਰਮਾਨ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤਾਂ ਤੁਹਾਡੀ ਆਪਣੀ ਅਕੈਡਮੀ ਦੇ ਵਿੱਚ ਬਹੁਤ ਸਾਰੇ ਬੱਚੇ ਆਉਂਦੇ ਨੇ, ਤਾਂ ਕਿਵੇਂ ਫਿਰ ਉਹ ਹੁਣ ਤੁਸੀਂ ਬੰਦ ਕਰ ਦਿੱਤੀ ਹੈ ਅਕੈਡਮੀ, ਔਰ ਕੀ ਬੱਚਿਆਂ ਦੇ ਕੋਲੋਂ ਜਿਹੜੇ ਨੇ ਫੀਸਾਂ ਜਿਹੜੀਆਂ ਹੁੰਦੀਆਂ ਨੇ ਐਡਵਾਂਸ ਵੀ ਲਈਆਂ ਜਾਂਦੀਆਂ ਨੇ, ਸੋ ਹੁਣ ਉਹ ਕਿਵੇਂ ਸਾਰਾ ਜੋੜ ਤੋੜ ਲਗਾ ਰਹੇ ਹੋ? ਸਾਡੇ ਜਿਹੜੇ ਪਰਸਨਲ ਅਕੈਡਮੀ ਦੇ ਪੇਰੈਂਟਸ ਨੇ ਜਿਹੜੇ ਸਾਡੇ ਕੋਲ ਆਉਂਦੇ ਨੇ, ਦੇ ਆਰ ਵੈਰੀ ਸਪੋਰਟਿਵ। ਵੀ ਨੈਵਰ ਹੈਡ ਅ ਇਸ਼ੂ ਅਬਾਊਟ ਫਾਈਨੈਂਸ਼ੀਅਲ ਪ੍ਰੋਬਲਮ, ਵੀ ਨੈਵਰ ਹੈਡ ਅ ਇਸ਼ੂ। ਮੈਂ ਇਕੱਲੀ ਆਪਣੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਸਾਰਿਆਂ ਦੀ। ਹੁਣ ਜੇ ਮੈਂ ਇਕੱਲੀ ਆਪਣੀ ਗੱਲ ਕਰਨੀ ਹੋਵੇ, ਮੈਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਸਾਡੇ ਕੋਲ ਤਾਂ ਆਪਣਾ ਆਲਰੇਡੀ ਆਨਲਾਈਨ ਪੋਰਟਲ ਸੈਟਅਪ ਆ, ਵੀ ਕੈਨ ਟੀਚ ਫਰਮ ਦੇਅਰ। ਬਟ ਐਂਡ ਆਫ ਦ ਡੇ ਦੇ ਆਰ ਨਾਟ ਥਿੰਕਿੰਗ, ਦੇ ਆਰ ਜਸਟ ਡੂਇੰਗ ਇਟ। ਵੀ ਇੱਦਾਂ ਕਰ ਲਓ, ਇੱਦਾਂ ਕਰ ਲਓ, ਇੱਦਾਂ ਕਰ ਲਓ। ਹਰੇਕ ਤੀਜੇ ਜਾਂ ਚੌਥੇ ਮਹੀਨੇ ਬਾਅਦ ਜਾਂ 6 ਮਹੀਨਿਆਂ ਬਾਅਦ ਇਹ ਲਾਕਡਾਊਨ ਕਰ ਦਿੰਦੇ ਨੇ, ਹੈ ਨਾ। ਵਾਈ ਡੋਂਟ ਦੇ ਹੈਵ ਅ ਪ੍ਰੋਪਰ ਪਲਾਨ ਟੂ ਸੇਵ ਦਿਸ? ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਪਲਾਨ ਹੋ ਸਕਦਾ ਹੈ ਗਵਰਨਮੈਂਟ ਦੇ ਕੋਲ ਹੋਣਾ ਚਾਹੀਦਾ, ਜਿਹਦੇ ਨਾਲ ਸਾਰਾ ਕੁਝ ਆਸਾਨੀ ਨਾਲ ਠੀਕ ਵੀ ਕੀਤਾ ਜਾ ਸਕੇ ਤੇ ਲੋਕ ਜਿੰਨੇ ਗੁੱਸੇ ਦੇ ਵਿੱਚ ਹੈ ਜਾਂ ਚਿੰਤਾ ਦੇ ਵਿੱਚ ਹੈ ਜਾਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ, ਉਹ ਰੁਕ ਵੀ ਜਾਣ? ਸਭ ਤੋਂ ਪਹਿਲਾਂ ਤਾਂ ਜਿਹੜੇ ਆਊਟਡੋਰ ਲੋਕੀ ਆਉਂਦੇ ਨੇ ਨਾ ਕੈਨੇਡਾ ਦੇ ਵਿੱਚ, ਬਾਹਰੋਂ ਆਉਂਦੇ ਨੇ, ਇਮੀਗ੍ਰੇਸ਼ਨ ਹੁੰਦੀ ਆ ਜਾਂ ਸਟੂਡੈਂਟਸ ਆਉਂਦੇ ਨੇ ਜਾਂ ਕਿਸੇ ਵੀ ਕੰਟਰੀ ਤੋਂ ਕੋਈ ਵੀ ਆਉਂਦਾ ਆ, ਉਹਨਾਂ ਦਾ ਜਿਹੜਾ ਇੱਕ ਪ੍ਰੋਪਰ ਚੈੱਕਅਪ ਹੁੰਦਾ ਕਿ ਨਹੀਂ ਹੁੰਦਾ। ਲਾਟ ਆਫ ਕੇਸਿਸ ਆਰ ਲਾਈਕ ਦੈਟ ਕਿ ਜਿੱਥੇ ਮੈਨੂੰ ਪਤਾ ਲੱਗਾ ਕਿ ਜੀ ਤੁਹਾਡੇ ਤਾਂ ਘਰੇ ਆ ਕੇ ਸਲਿੱਪ ਫੜਾ ਜਾਂਦੇ ਆ ਕੋਵਿਡ ਟੈਸਟ ਦੀ, ਦੇ ਡੋਨਟ ਇਵਨ ਟੈਸਟ, ਰਾਈਟ। ਆਮ ਨਾਟ, ਮੈਂ ਕੈਨੇਡਾ ਦੀ ਗੱਲ ਨਹੀਂ ਕਰਦਾ, ਪਰ ਕਈ ਕੰਟਰੀਜ਼ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਨੇ। ਸਾਨੂੰ ਵੀ ਪਤਾ ਕਿ ਕੰਟਰੀਜ਼ ਕਰਪਟ ਨੇ, ਉਹਨਾਂ ਨੂੰ ਕੋਈ ਕੇਅਰ ਹੀ ਨਹੀਂ ਗੀ। ਸੋ ਜਿੰਨਾ ਵੀ ਇਹ ਸਾਰਾ ਕੁਛ ਆਉਂਦਾ ਨਾ, ਇਹ ਬਾਹਰੋਂ ਆਉਂਦਾ ਆ। ਸੋ ਹੁਣ ਆਸਟ੍ਰੇਲੀਆ ਆ, ਆਸਟ੍ਰੇਲੀਆ ਨੇ ਕਿੰਨਾ ਸਟਰੋਂਗਲੀ ਚੀਜ਼ਾਂ ਲਈਆਂ ਨੇ, ਉਹਨਾਂ ਨੇ ਸਾਰਾ ਬੰਦ ਕਰ ਦਿੱਤਾ। ਉਹ ਕਹਿੰਦੇ ਨੋ, ਅਸੀਂ ਖੋਲ੍ਹਣਾ ਹੀ ਨਹੀਂ, ਉਹ ਤੱਕ ਨਹੀਂ ਖੋਲ੍ਹਣਾ ਜਦ ਤੱਕ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਰਾ ਕੁਝ ਸੇਫ ਆ। ਫਿਰ ਬੰਦੇ ਆਉਂਦੇ ਨੇ, ਇਹ ਕਹਿੰਦੇ ਨੇ ਜੀ 15 ਦਿਨ ਕੁਆਰੰਟੀਨ ਕਰੋ। ਉਹੀ ਬੰਦੇ ਆਪਣਾ ਫੋਨ ਕਿਤੇ ਰੱਖ ਕੇ ਤੁਰੇ ਫਿਰਦੇ ਨੇ, ਕੋਈ ਚੈੱਕ ਕਰਨ ਜਾਂਦਾ ਉਹਨਾਂ ਨੂੰ ਕਿ ਨਹੀਂ ਜਾਂਦਾ। ਵੱਖਰੀਆਂ ਵੱਖਰੀਆਂ ਜੌਬਾਂ ਤਾਂ ਕ੍ਰੀਏਟ ਕਰ ਦਿੱਤੀਆਂ ਹੈਲਥ ਸੈਕਟਰ ਦੇ ਵਿੱਚ ਜਾ ਕੇ, ਜੀ ਆਹ ਕਰੋ, ਆਹ ਕਰੋ, ਆਹ ਕਰੋ, ਪਰ ਆਰ ਦੇ ਐਕਚੁਅਲੀ ਚੈਕਿੰਗ ਅਪ ਦੋਜ਼ ਪੀਪਲ? ਨੋ, ਰਾਈਟ। ਹੁਣ ਕਿੰਨੇ ਲੋਕਾਂ ਨੇ ਆਉਣਾ, ਕਿੰਨਾ ਟਰੈਵਲ ਹੋਣਾ, ਕੀ ਇਹ ਸਾਰਿਆਂ ਨੂੰ ਬਾਰ-ਬਾਰ ਚੈੱਕ ਕਰਦੇ ਪਏ ਨੇ? ਹੁਣ ਇੱਕ ਬੰਦਾ ਆ ਜਿਹੜਾ ਕਿਸੇ ਬਾਹਰਲੀ ਕੰਟਰੀ ਜਾਂਦਾ, ਸਪੇਨ ਰਹਿੰਦਾ, ਇਟਲੀ ਰਹਿੰਦਾ, ਉਹ ਕੈਨੇਡਾ ਆ ਗਿਆ। ਹੁਣ ਟੈਕਨੀਕਲੀ ਤਾਂ ਫਿਰ 4 ਦਿਨਾਂ ਦਾ ਕੁਆਰੰਟੀਨ ਬਣਦਾ, ਪਰ ਉਹ ਤਾਂ ਘੁੰਮਣ 4 ਦਿਨ ਵਾਸਤੇ ਆ, ਉਹ ਕੀ ਕਰੂਗਾ? ਉਹ ਤਾਂ ਘੁੰਮੂਗਾ ਹੀ। ਸੋ ਵਾਟ ਪਲਾਨ ਦੇ ਹੈਵ? ਸੋ ਸਾਡੇ ਇੱਥੇ ਜਿਹੜੇ ਲੋਕਲ ਲੋਕੀ ਨੇ ਨਾ, ਜਿਹੜੇ ਕੈਨੇਡਾ 'ਚ ਰਹਿੰਦੇ ਨੇ, ਇਹ 'ਚ ਉਹਨਾਂ ਦਾ ਕੋਈ ਫਾਲਟ ਨਹੀਂ ਗਾ। ਇਹ ਜਿੰਨਾ ਫਾਲਟ ਆ ਜਿਹੜੇ ਲੋਕੀ ਬਾਹਰੋਂ ਆਉਂਦੇ ਨੇ, ਜਾਂ ਗਵਰਨਮੈਂਟ ਜਿਹੜਾ ਕਹਿੰਦੀ ਹੈ ਕਿ ਹਾਂਜੀ ਕੋਈ ਗੱਲ ਨਹੀਂ ਟਰੈਵਲ ਖੋਲ੍ਹਤਾ ਅਸੀਂ। ਜਦੋਂ ਟਰੈਵਲ ਬੰਦ ਸੀ ਸਾਰਾ ਕੁਝ ਠੀਕ ਹੋਣ ਲੱਗ ਗਿਆ ਸੀ। ਟਰੈਵਲ ਖੋਲ੍ਹਣ ਤੋਂ ਬਾਅਦ ਹੀ ਹੋਇਆ ਨਾ ਜੋ ਹੋਇਆ। ਸੋ ਵਾਈ ਡੋਂਟ ਦੇ ਸ਼ਟ ਡਾਊਨ ਟਰੈਵਲ ਅਗੇਨ? ਟਰੈਵਲ ਬੰਦ ਕਰ ਦੇਣ ਥੋੜ੍ਹੇ ਚਿਰ ਵਾਸਤੇ, ਜਾਂ ਤੁਸੀਂ ਕਪੈਸਿਟੀ ਘਟਾ ਦਿਓ। ਸੋ ਲੈਟਸ ਤੁਸੀਂ ਕਹਿੰਦੇ ਹੋ ਕਿ ਪ੍ਰੋਪਰ ਪੂਰਾ ਬੰਦ ਕਰਨ ਦੀ ਬਜਾਏ ਨਾ ਇਹ ਕਹਿ ਦਿਓ ਕਿ ਠੀਕ ਹੈ ਜੀ ਅਸੀਂ 50% ਕਪੈਸਿਟੀ ਕਰ ਦਿੱਤੀ ਆ ਆਰਟ ਸੈਕਟਰ ਦੀ ਜਾਂ ਜਿਮ ਸੈਕਟਰ ਦੀ, ਕਿ ਜਿੱਥੇ ਪਹਿਲਾਂ ਤੁਸੀਂ ਅਪਾਇੰਟਮੈਂਟ ਸਿਸਟਮ ਬਣਾਉਂਦੇ ਸੀ ਨਾ, ਐਗਜ਼ੈਕਟਲੀ ਫੋਲੋ ਦੈਟ। ਉਹਨਾਂ ਨੇ ਉਹ ਕਿਉਂ ਨਹੀਂ ਕੀਤਾ? ਉਹਨਾਂ ਨੇ ਆਣ ਕੇ ਬੰਦ ਕਿਉਂ ਕਰ ਦਿੱਤਾ? ਹੁਣ ਇਹ ਵੀ ਸਾਨੂੰ ਕਨਫਰਮਡ ਆ, ਕਨਫਰਮਡ ਮੀਨ ਟੂ ਸੇ ਕਿ ਅੰਡਰਸਟੈਂਡਿੰਗ ਆ ਕਿ ਇਹਨਾਂ ਨੇ ਜਨਵਰੀ 18 ਤੱਕ ਨਹੀਂ ਰੱਖਣਾ, ਇਹ ਇਹਨਾਂ ਨੇ ਜਨਵਰੀ 31 ਤੱਕ ਵਧਾਉਣਾ। ਯਾ ਕਿਉਂਕਿ ਇਹਨਾਂ ਨੇ ਆਲਰੇਡੀ ਜਨਵਰੀ ਕੱਢ ਦਿੱਤਾ 18 ਤੱਕ, ਪਿੱਛੇ 12 ਦਿਨ ਰਹਿੰਦੇ ਨੇ। ਸੋ ਦੇ ਵਿਲ ਕਮ ਅਪ ਔਨ ਸੇਇੰਗ ਕਿਉਂਕਿ ਠੀਕ ਹੈ ਜੀ ਹੁਣ ਅਸੀਂ ਜਨਵਰੀ 31 ਤੱਕ ਕਰਨ ਲੱਗੇ ਹਾਂ। ਸੋ ਹੁਣ ਕੀ ਲੱਗਦਾ ਤੁਹਾਡੇ ਨਾਲ ਹੋਰ ਵੀ ਜਿਹੜੇ ਕਾਰੋਬਾਰੀ ਉਹ ਵੀ ਸ਼ਾਮਿਲ ਨੇ? ਕੀ ਹੁਣ ਲੱਗਦਾ ਹੈ ਸਰਕਾਰ ਤੱਕ ਜੇ ਆਪਣੀ ਗੱਲ ਪਹੁੰਚਾਉਣੀ ਹੈ ਤਾਂ ਕੀ ਹੁਣ ਕਰੋਗੇ, ਜਾਂ ਫਿਰ ਇਹ ਜਿਹੜਾ ਸਮਾਂ ਹੈਗਾ 18 ਦਿਨਾਂ ਦਾ ਜੋ ਵੀ ਸਰਕਾਰ ਨੇ ਸਿਰ ਤੇ ਪਾਇਆ ਇਹ ਕੱਟਣਾ ਹੀ ਪੈਣਾ? ਸਾਡੀ ਤਾਂ ਇੱਕੋ ਹੀ ਅਪੀਲ ਆ ਸਰਕਾਰ ਨੂੰ ਕਿ ਬੈਟਰ ਪਲਾਨ ਬਣਾਓ। ਜਿਹੜੀ ਕਪੈਸਿਟੀ ਆ ਹਰੇਕ ਚੀਜ਼ ਦੀ, ਹਰੇਕ ਸੈਕਟਰ ਦੀ, ਉਹਨੂੰ ਇਕੁਅਲੀ ਲੈ ਕੇ ਚੱਲੋ। ਉਹ 'ਚ ਇੱਦਾਂ ਨਾ ਕਰੋ ਕਿ ਜੀ ਰੈਸਟੋਰੈਂਟ ਨੇ ਜੀ ਉਹਨਾਂ ਦੀ 50% ਆ ਅਤੇ ਜਿਮ ਬਿਲਕੁਲ ਬੰਦ ਨੇ ਅਤੇ ਡਾਂਸ ਸਟੂਡੀਓ ਬੰਦ ਨੇ ਜਾਂ ਕੋਈ ਹੋਰ ਚੀਜ਼ ਬੰਦ ਆ। ਜੇ ਤੁਸੀਂ ਫੇਅਰ ਆਪਸ਼ਨ ਨਾਲ ਚੱਲਣਾ ਆ, ਯੂ ਹੈਵ ਟੂ ਕਮ ਅਪ ਵਿਦ ਦ ਫੇਅਰ ਆਪਸ਼ਨ, ਨਾਟ ਲਾਈਕ ਪਿਕ ਐਂਡ ਚੂਜ਼ ਕਿ ਜੀ ਹਾਂ ਇਹ ਠੀਕ ਆ ਇਹਨੂੰ ਚਲਾ ਦਿਓ, ਇਹਨੂੰ ਬੰਦ ਕਰ ਦਿਓ। ਸਭ ਤੋਂ ਵੱਧ ਟਰਾਂਸਮਿਸ਼ਨ ਕਿੱਥੇ ਹੁੰਦੀ ਆ? ਰੈਸਟੋਰੈਂਟਾਂ 'ਚ, ਟੇਬਲਾਂ ਦੇ ਉੱਤੇ, ਜਿੱਥੇ ਕਿ ਲੋਕੀ ਲਾਗੇ ਲਾਗੇ ਬਹਿੰਦੇ ਨੇ, ਹੈ ਨਾ, ਜਿੱਥੇ ਲੋਕੀ ਮੌਲਾਂ 'ਚ ਘੁੰਮਦੇ ਫਿਰਦੇ ਨੇ। ਜਦੋਂ ਉਹ ਚੀਜ਼ਾਂ ਖੁੱਲੀਆਂ ਨੇ ਉੱਥੇ ਵੀ ਇਕੱਠ ਜਿਹੜਾ ਉਹ ਮੇਨਟੇਨ ਕੀਤਾ ਕਿਸੇ ਤਰੀਕੇ ਨਾਲ, ਵੀ ਇੰਨੇ ਤੋਂ ਜ਼ਿਆਦਾ ਬੰਦੇ ਜਿਹੜੇ ਨੇ ਉਹ ਇਕੱਠੇ ਨਹੀਂ ਹੋਣਗੇ। ਹੁਣ ਬਾਕਸਿੰਗ ਡੇ ਆਉਣਾ 26 ਤਰੀਕ ਨੂੰ, ਕੈਮਰਾ ਚੱਕ ਕੇ ਚੱਲ ਜਾਓ ਮੌਲਾਂ 'ਚ, ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿੰਨਾ ਕੁ ਮੇਨਟੇਨ ਕੀਤਾ। ਸਾਈਪਰਸ ਮਾਊਂਟਨ ਮੈਂ ਗਿਆ ਸੀਗਾ, ਨਥਿੰਗ, ਰਾਈਟ। ਸੋ ਇਹ ਕਹਿਣ ਦੀਆਂ ਗੱਲਾਂ ਨੇ, ਜਿਹੜੀ ਇੱਕ ਸਟੇਟਮੈਂਟ ਹੁੰਦੀ ਹੈ ਨਾ ਵੀ ਆਰ ਮੇਨਟੇਨਿੰਗ,
ਔਰ ਵੀ ਆਰ ਡੂਇੰਗ, ਉਹ ਗੱਲਾਂ ਨੇ ਜਿਹੜੇ ਬੰਦੇ ਉੱਥੇ ਕੰਮ ਕਰਦੇ ਪਏ ਨੇ, ਜਿਹੜੇ ਉਸ ਜਗ੍ਹਾ ਤੇ ਜਾਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਸਿਚੁਏਸ਼ਨ ਕਿੱਦਾਂ ਦੀ ਹੈ। ਛੋਟੀ ਜਿਹੀ ਐਗਜ਼ਾਮਪਲ ਹੈ, ਪਿਛਲੀ ਵਾਰੀ ਲੋਕਡਾਊਨ ਹੋਇਆ ਸੀ, ਸਾਰਾ ਕੁਝ ਬੰਦ ਸੀ। ਇੱਕ ਮੈਂ ਕਾਰਪੋਰੇਟ ਜਿਮ ਦਾ ਨਾਂ ਨਹੀਂ ਲੈਣਾ, ਉਹ ਖੁੱਲ੍ਹਾ ਸੀ, ਮੈਂ ਵਰਕਆਊਟ ਉੱਥੇ ਕਰਦਾ ਰਿਹਾ ਪੂਰਾ 1 ਮਹੀਨਾ, ਪਰ ਬਾਕੀ ਸਾਰੇ ਬੰਦ ਸੀ। ਤੇ ਆਮ pretty much sure ਕਿ ਉਹ ਜਿਮ ਫੇਰ ਖੁੱਲ੍ਹਾ ਹੋਊਗਾ, ਜਦੋਂ ਸਾਰੇ ਬੰਦ ਹੋਣੇ ਨੇ ਨਾ, ਉਹੀ ਖੁੱਲ੍ਹਾ ਹੋਊਗਾ, ਬਾਕੀ ਸਾਰੇ ਬੰਦ ਹੋਣਗੇ। ਸੋ ਇਟਸ ਅ ਨੋਰਮਲ ਥਿੰਗ ਫॉर ਦ ਗਵਰਨਮੈਂਟ ਟੂ ਡੂ ਦਿਸ। ਬਟ ਸਾਡੀ ਅਪੀਲ ਇਹ ਹੈ ਕਿ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਜਾਂ BC ਦੇ ਲੋਕਾਂ ਨੂੰ ਜਾਂ ਕੈਨੇਡਾ ਦੇ ਲੋਕਾਂ ਨੂੰ ਮੈਸੇਜ ਗੁੱਡ ਦੇਣਾ ਚਾਹੁੰਦੇ ਹੋ, ਤਾਂ ਪਲੀਜ਼ ਕੈਪੈਸਿਟੀ ਵੱਲ ਧਿਆਨ ਦੇ ਲਓ, ਉਹ 50% ਕਰ ਦਿਓ। ਐਟਲੀਸਟ ਲੋਕੀ ਆਪਣਾ ਬਿਜ਼ਨਸ ਆਪਰੇਟ ਕਰ ਸਕਦੇ ਰਹਿਣ, ਨਾ ਕਿ ਉਹਨਾਂ ਨੂੰ ਇਹ ਕਹੋ ਕਿ ਤੁਸੀਂ ਬੰਦ ਕਰਕੇ ਘਰੇ ਬਹਿ ਜਾਓ। That's all. Thank you. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।